केजरीवाल साहब कहते आए भी साढ़े हथ में कुछ नहीं हैगा, फाइल LG को पई है, असी भुल्लर की रिहाई नहीं कर सकते, पर यह कागज़ तो कुछ होर कहते हैं। तो एक कागज़ तो साफ कह रहे हैं कि जो कुछ भी करना है वो अरविंद केजरीवाल ने करना है। मैं ओपन चैलेंज थोड़े चैनल थ्रू अरविंद केजरीवाल ते भगवंत मान नूं करना चाहता है भी ये सेंटेंस रिव्यू कमेटी का जिहड़ा कागज़ मेरे हत्थ 'च है, एक कागज़ लोगों 'च जनतक करके अपने हत्थ 'च रख के मीडिया नूं दस्सण भी उन्हां कोल ਇਹਦੇ ਵਿੱਚ ਕਿਹੜੀ ਇਹੋ ਜਿਹੀ ਲਾਈਨ ਲਿਖੀ ਹੋਈ ਹੈ, ਕਿਹੜੀ ਇਹੋ ਜਿਹੇ ਮੈਂਬਰ ਨੇ ਜਿਹੜੇ ਕਿ ਉਹਨਾਂ ਤੋਂ ਬਾਹਰ ਨੇ। ਤੇ ਇਹ ਸੈਂਟੈਂਸ ਰਿਵਿਊ ਕਮੇਟੀ ਇਟਸੈਲਫ 'ਚ ਪ੍ਰੂਵ ਕਰਦੀ ਹੈ ਕਿ ਕਿਵੇਂ ਕੇਜਰੀਵਾਲ ਝੂਠ ਬੋਲਦਾ ਹੈ, ਕਿਵੇਂ ਕੇਜਰੀਵਾਲ ਜੀ ਪੰਜਾਬ 'ਚ ਆ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਦੇ ਆ। ਤੁਹਾਨੂੰ ਯਾਦ ਹੋਊਗਾ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਸੀ ਕਿ ਬਈ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਗੱਲ ਹੋਈ कि ये जी फाइल जी है LG को पई है, झूठ बोलिया सी वड्डा। सेंटेंस रिव्यू कमेटी जो मैं तुहानूं दिखाई सी हुण मैं उहदे मैंबरां दे नाम लेदा कि केजरीवाल दा दूजा वड्डा झूठ किया। उन्हें उत्थे कहा सी जो मीडिया ने क्वेश्चन पूछा, कहंदे जी उसमें तो जजिस हैं, हमारा उन पर बस नहीं चलता, हम उसमें कुछ नहीं कर सकते। तो हुण 7 मैंबरां चों 5 मैंबर केजरीवाल जी दे ने, मतलब 7 केजरीवाल 7 चों 5 केजरीवाल है, तो फिर सारी पावर तो केजरीवाल कोल है। इस च साफ लिखा है कि जिहड़ा लाइफ टर्मर 14 साल की सज़ा अपनी पूरी कर चुकिया होवे तां उहदा केस इस सेंटेंस रिव्यू कमेटी 'च रखा जाऊगा, उहदा आधार देखा जाऊगा, फिर उन्होंने रिलीज़ किया जाऊगा। प्रोफैसर भुल्लर अपनी सज़ा भी कंप्लीट कर चुके हैं, उल्टा 12-13 साल अपनी सज़ा तो उत्ते जा चुके हैं। कभी भी जिक्र नहीं होया भुल्लर दा भी इस कमेटी दे विच भी रिहा करना कि नहीं करना, किते कोई कागज़ इहो जिहा मिलिया होवे। 7 साल हो गए दिल्ली सरकार आई नूं, केजरीवाल साहब की सरकार आई नूं। क्या 7 सालों च जिहड़ा बंदा सज़ा पूरी करन तो भी 12-13 साल उपर चला गया, क्या एक बार भी तरस नहीं आया? क्या एक बार भी उन्होंने सेहत के हवाले से तरस नहीं आया कि LG को वाकई कोई अथॉरिटी हैगी, पावर हैगी है कि वो रिलीज़ करनगे जां सारी इस कमेटी विच पावर है? कमेटी जो मुकर गए वो भी साडा कोई अधिकार नहीं है। दूजी गल जे इन्होंने 1% मैं कहना मान लो पा भी लई, पाने तो बाद LG कोल चले गए, LG ने रिफ्यूज़ 1% करते मान लो, तो इन्होंने को कोर्ट का रस्ता है। पर यह तो कमेटी मनने तैयार नहीं साडी है, ये तो कमेटी कही जाते भी साडा कोई रोल नहीं कमेटी 'च, ते जब कमेटी दे झूठ बोली जाते हैं तो वड्डी लड़ाई किवें लड़नगे? केजरीवाल तो पंजां नूं 1 मिनट 'च कढ के बाहर भी कर सकता है, तो इन्होंने बुला क्यों नहीं सकता? ਇੱਥੇ ਜੇ ਚੱਲਦਾ ਸਿਰਫ ਕੇਜਰੀਵਾਲ ਦਾ ਹੀ ਚੱਲਦਾ ਹੈ, ਇੱਥੇ ਆਮ ਆਦਮੀ ਪਾਰਟੀ ਤਾਂ ਖਤਮ ਹੋ ਗਈ। ਤੁਸੀਂ ਦੇਖਿਆ ਕਿਤੇ ਵੀ ਕਿਸੇ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਵੋਟ ਪਾਓ, ਉਹ ਕਹਿੰਦਾ ਕੇਜਰੀਵਾਲ ਨੂੰ ਵੋਟ ਪਾਓ। ਤਾਂ ਫਿਰ ਜੇ ਕੇਜਰੀਵਾਲ ਸਿੰਗਲ ਇੱਕ ਡਿਕਟੇਟਰਸ਼ਿਪ ਦੇ ਤਰੀਕੇ 'ਤੇ ਚੱਲਿਆ ਹੋਇਆ ਹੈ ਤਾਂ ਉਹ ਤਾਂ ਕਿਸੇ ਨੂੰ ਵੀ ਕਹਿ ਸਕਦਾ ਸਾਈਨ ਕਰੋ। ਜੇ ਆ ਪਈ ਹੈ ਸੈਂਟੈਂਸ ਰਿਵਿਊ ਕਮੇਟੀ ਦੀ ਬੁਲਾ ਮੀਟਿੰਗ, ਭਾਈ ਸਤਿੰਦਰ ਜੈਨ ਨੂੰ ਬੁਲਾ ਕੇ ਕਹੂਗਾ ਵੀ ਲਿਆ ਵੀ ਮੀਟਿੰਗ ਬੁਲਾ ਕੇ ਬਾਕੀ ਕੋਈ ਕਰਦਾ ਨਹੀਂ ਕਰਦਾ 5.5 ਸਾਈਨ ਕਰਦੇ ਆ, ਰਿਲੀਜ਼ ਕਰਦੇ ਆ। ਕਹਿ ਸਕਦਾ, ਕਿਉਂ ਨਹੀਂ ਕਹਿ ਸਕਦਾ? ਪਰ ਨਹੀਂ ਕਹਿਣਾ ਉਹਨੇ। ਹੁਣ ਕੀ ਵਾਕਈ ਹੀ ਭੁੱਲਰ ਜਿਹਦੀ ਰਿਹਾਈ ਹੋ ਜੂਗੀ, ਭੁੱਲਰ ਦੀ ਰਿਹਾਈ ਹੋਊਗੀ ਕਿ ਨਹੀਂ ਹੋਊਗੀ, ਕਿ ਹਲੇ ਮਾਮਲਾ ਹੋਰ ਲਟਕੂਗਾ, ਜਾਂ ਫਿਰ ਜੋ ਤੁਸੀਂ ਕਾਗਜ਼ ਦਿਖਾ ਰਹੇ ਹੋ ਕਿ ਇਸ ਕਾਗਜ਼ ਰਾਹੀਂ ਕੋਰਟ ਵਿੱਚ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ? ਬਿੱਟਾ ਜਿਨ੍ਹਾਂ 'ਤੇ ਅਟੈਕ ਹੋਇਆ ਸੀਗਾ ਉਹਨਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਫਾਈਲ ਕੀਤੀ ਸੀਗੀ, ਤੇ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਡਿਸਮਿਸ ਕਰਦੇ ਹੋਏ ਕਿਹਾ ਸੀਗਾ ਵੀ ਇਹ ਤਾਂ ਦਿੱਲੀ ਸਰਕਾਰ ਦੀ ਸੈਂਟੈਂਸ ਰਿਵਿਊ ਕਮੇਟੀ ਹੈਗੀ, ਉਹ ਸੈਂਟੈਂਸ ਰਿਵਿਊ ਕਮੇਟੀ ਡਿਸਾਈਡ ਕਰੇਗੀ ਕਿ ਇਹਨੂੰ ਛੱਡਣਾ ਕਿ ਨਹੀਂ ਛੱਡਣਾ। ਉਹਨੇ ਪਟੀਸ਼ਨ ਪਾਈ ਵੀ ਛੱਡਿਆ ਨਾ ਜਾਵੇ। ਸੋ ਆਲਰੇਡੀ ਜਦ ਸੁਪਰੀਮ ਕੋਰਟ ਨੇ ਪਟੀਸ਼ਨ ਰੱਦ ਕਰਤੀ ਔਰ ਸਾਰਾ ਕੁਝ ਦਿੱਲੀ ਸਰਕਾਰ ਦੀ ਸੈਂਟੈਂਸ ਰਿਵਿਊ ਕਮੇਟੀ 'ਤੇ ਛੱਡਤਿਆ, ਤਾਂ ਫਿਰ ਇਹ ਤਾਂ ਇਹਨਾਂ ਦਾ ਮਤਲਬ ਬਣਦਾ ਨਾ। ਫਿਰ ਹੁਣ ਫਿਰ ਕੋਰਟ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਫਿਰ ਤਾਂ ਸਿਰਫ ਇਹ ਹੈ ਕਿ ਵੀ ਇਹਨਾਂ ਦੀ ਸੈਂਟੈਂਸ ਰਿਵਿਊ ਕਮੇਟੀ ਕਿਉਂ ਨਹੀਂ ਡਿਸਾਈਡ ਕਰ ਰਹੀ, ਤਾਂ ਉਹ ਦੇਖਣ ਦੀ ਗੱਲ ਆ। ਚੋਣਾਂ ਦਾ ਸਮੇਂ ਦੇ ਵਿੱਚ ਲੋਕ ਸਵਾਲ ਕਰਦੇ ਨੇ, ਆਪਣੇ ਉਮੀਦਵਾਰਾਂ ਨੂੰ ਸਵਾਲ ਕਰਦੇ ਨੇ, ਤੇ ਸਭ ਤੋਂ ਅਹਿਮ ਸਵਾਲ ਇਸ ਸਮੇਂ ਜੋ ਬਣਿਆ ਹੋਇਆ ਸੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ। ਦਵਿੰਦਰਪਾਲ ਭੁੱਲਰ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ, ਇਸ ਉੱਪਰ ਕੇਜਰੀਵਾਲ ਸਰਕਾਰ ਕੋਲੋਂ ਸਵਾਲ ਕੀਤੇ ਗਏ ਸਨ। 7 ਮੈਂਬਰ ਕਮੇਟੀ ਦਾ ਵੀ ਹਵਾਲਾ ਦਿੰਦੇ ਨੇ ਕੇਜਰੀਵਾਲ, ਜੋ ਕਹਿੰਦੇ ਨੇ ਕਿ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ। ਤੇ ਸਾਡੇ ਨਾਲ ਮੌਜੂਦ ਨੇ ਸਤਬੀਰ ਸਿੰਘ ਵਾਲੀਆ, ਜੋ ਕਿ ਕੁਝ ਕਾਗਜ਼ ਲੈ ਕੇ ਆਏ ਨੇ, ਜੋ ਕਹਿੰਦੇ ਨੇ ਕਿ ਉਹ 7 ਮੈਂਬਰ ਕਮੇਟੀ ਦੇ ਵਿੱਚ 5 ਮੈਂਬਰ ਜੋ ਨੇ ਉਹ ਦਿੱਲੀ ਸਰਕਾਰ ਦੇ ਮੌਜੂਦ ਨੇ। ਤਾਂ ਦੂਸਰੇ ਪਾਸੇ ਗੱਲ ਕਰਾਂਗੇ BJP ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਿ ਵਾਕਈ ਇਹਨਾਂ ਦਾ ਕੋਈ ਕਨੈਕਸ਼ਨ ਹੈਗਾ, ਕਿਉਂਕਿ ਕਿਹਾ ਜਾ ਰਿਹਾ ਸੀ ਕਿ B ਟੀਮ ਹੈ BJP ਦੀ। ਤਾਂ ਚਰਚਾ ਕਰਾਂਗੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੇ ਕਾਗਜ਼ਾਂ ਨੂੰ ਵੀ ਲੈ ਕੇ, ਤੇ ਚਰਚਾ ਕਰਾਂਗੇ ਆਪ ਤੇ BJP ਨੂੰ ਵੀ ਲੈ ਕੇ। ਤੇ ਸਾਡੇ ਨਾਲ ਮੌਜੂਦ ਨੇ ਸਤਬੀਰ ਸਿੰਘ ਵਾਲੀਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਲੀ ਜੀ, ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ।
ਪਹਿਲਾਂ ਮੇਰਾ ਸਵਾਲ ਹੈ ਕਿ ਤੁਹਾਨੂੰ ਯਾਦ ਹੋਣਾ ਕੇਜਰੀਵਾਲ ਜੀ ਨੇ ਕਿਹਾ ਸੀ ਕਿ 7 ਮੈਂਬਰ ਦੀ ਕਮੇਟੀ ਜੋ ਬਣੀ ਹੋਈ ਹੈ ਜੋ ਇਨਵੈਸਟ ਕਰਦੀ ਹੈ 14 ਸਾਲ ਦੀ ਸਜ਼ਾ ਕਿਸੇ ਵੀ ਸ਼ਖਸ ਨੂੰ ਹੋ ਜਾਂਦੀ ਉਸ ਤੋਂ ਬਾਅਦ ਅੱਗੇ ਰਿਵਿਊ ਕਮੇਟੀ ਵਿੱਚ ਜਾਂਦਾ ਹੈ ਉਸ ਨੂੰ ਰਿਹਾ ਕਰਨਾ ਕਿ ਨਹੀਂ ਕਰਨਾ। ਕੇਜਰੀਵਾਲ ਨੇ ਕਹਿਤਾ ਅਸੀਂ ਵੀ 7 ਮੈਂਬਰ ਕਮੇਟੀ ਵਿੱਚੋਂ ਅਸੀਂ ਦਖਲਅੰਦਾਜ਼ੀ ਨਹੀਂ ਕਰ ਸਕਦੇ। ਪਹਿਲਾਂ ਕਾਗਜ਼ ਦਿਖਾ ਦਿਓ ਕਿਹੜੇ ਤੁਸੀਂ ਕਾਗਜ਼ ਲੈ ਕੇ ਆਏ ਹੋ, ਉਹ ਤੁਹਾਡੇ ਕਾਗਜ਼ ਕਹਿੰਦੇ ਕੀ ਨੇ? ਦੇਖੋ ਇਹ ਜਿਹੜੀ ਆਰਡਰ ਨੇ ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਹੋਮ ਜਨਰਲ ਡਿਪਾਰਟਮੈਂਟ ਲੈਵਲ ਏ ਵਿੰਗ ਦਿੱਲੀ ਸਚਿਵਾਲਿਆ ਤੇ ਦਿੱਲੀ ਦਾ ਇਹ ਕਾਗਜ਼ ਨੇ। ਇਹ ਹੈਗੀ ਹੈ ਸੈਂਟੈਂਸ ਰਿਵਿਊ ਕਮੇਟੀ ਹੈ ਇਹ, ਤੇ ਇਹ ਸੈਂਟੈਂਸ ਰਿਵਿਊ ਕਮੇਟੀ ਇਟਸੈਲਫ 'ਚ ਪ੍ਰੂਵ ਕਰਦੀ ਹੈ ਕਿ ਕਿਵੇਂ ਕੇਜਰੀਵਾਲ ਝੂਠ ਬੋਲਦਾ ਹੈ, ਕਿਵੇਂ ਕੇਜਰੀਵਾਲ ਜੀ ਪੰਜਾਬ 'ਚ ਆ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਦੇ ਆ। ਤੁਹਾਨੂੰ ਯਾਦ ਹੋਊਗਾ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਸੀ ਕਿ ਬਈ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਗੱਲ ਹੋਈ ਕਿ ਇਹ ਤਾਂ ਜੀ ਫਾਈਲ ਜਿਹੜੀ ਹੈ LG ਕੋਲ ਪਈ ਹੈ, ਝੂਠ ਬੋਲਿਆ ਸੀ ਇੱਕ ਵੱਡਾ। ਉਸੇ ਭਗਵੰਤ ਮਾਨ ਨੂੰ ਕੇਜਰੀਵਾਲ ਸਾਹਿਬ ਨੇ ਆਪਣੇ ਨਾਲ ਦੀ ਕੁਰਸੀ ਤੇ ਬਿਠਾ ਕੇ ਫਿਰ ਦੁਬਾਰਾ ਇੱਕ ਵੱਡਾ ਝੂਠ ਬੋਲਿਆ। ਪਹਿਲਾਂ ਤਾਂ ਭਗਵੰਤ ਮਾਨ ਦਾ ਝੂਠ ਐਕਸਪੋਜ਼ ਕੀਤਾ ਕਿ LG ਕੋਲ ਫਾਈਲ ਪਈ, ਕੇਜਰੀਵਾਲ ਨੇ ਮੰਨਿਆ ਕਿ ਫਾਈਲ ਉਹਦੇ ਉਹਨਾਂ ਕੋਲ ਪਈ ਹੈ, ਪਰ ਸੈਂਟੈਂਸ ਰਿਵਿਊ ਦੀ ਕਮੇਟੀ ਦੀ ਮੀਟਿੰਗ ਨਹੀਂ ਹੋਈ ਕਿ 7 ਸਾਲਾਂ 'ਚ ਮੀਟਿੰਗ ਹੀ ਨਹੀਂ ਹੋਈ ਸੈਂਟੈਂਸ ਰਿਵਿਊ ਕਮੇਟੀ ਦੀ। ਹੁਣ ਮੈਂ ਤੁਹਾਨੂੰ ਦਿਖਾ ਰਿਹਾ ਸੈਂਟੈਂਸ ਰਿਵਿਊ ਕਮੇਟੀ ਜੋ ਮੈਂ ਤੁਹਾਨੂੰ ਦਿਖਾਈ ਸੀ ਕਿ ਹੁਣ ਮੈਂ ਉਹਦੇ ਮੈਂਬਰਾਂ ਦੇ ਨਾਮ ਲੈ ਦਾਂ ਕਿ ਕੇਜਰੀਵਾਲ ਦਾ ਦੂਜਾ ਵੱਡਾ ਝੂਠ ਕਿਹਾ। ਉਹਨੇ ਉੱਥੇ ਕਿਹਾ ਸੀ ਜਦੋਂ ਮੀਡੀਆ ਨੇ ਕੁਐਸਚਨ ਪੁੱਛਿਆ, ਕਹਿੰਦੇ ਜੀ उसमें तो जजेस हैं, हमारा उन पे बस नहीं चलता, हम उसमें कुछ नहीं कर सकते, जब मीटिंग बुलाएगी केंद्र सरकार तब होगी। ਹੁਣੇ ਮੈਂ ਝੂਠ ਤੁਹਾਡੇ ਸਾਹਮਣੇ ਕੱਢ ਰਿਹਾ। ਸਭ ਤੋਂ ਪਹਿਲਾ ਮੈਂਬਰ ਜਿਹੜਾ ਡਿਫੈਂਸ ਰਿਵਿਊ ਕਮੇਟੀ ਸੈਂਟੈਂਸ ਰਿਵਿਊ ਕਮੇਟੀ ਦਾ ਜਿਹੜੀ ਪੁਨਰ ਵਿਚਾਰ ਕਮੇਟੀ ਹੁੰਦੀ ਹੈ ਸਜ਼ਾ ਜਿਹਨੂੰ ਹੋਈ ਹੁੰਦੀ ਉਹਨਾਂ ਵਾਸਤੇ, ਚੇਅਰਮੈਨ ਉਹਦਾ ਕੌਣ ਹੈ? ਤੁਸੀਂ ਆਮ ਅੱਜ ਕੱਲ੍ਹ ਦੇਖਿਆ ਪੰਜਾਬ ਦੇ ਵਿੱਚ ਸਤਿੰਦਰ ਜੈਨ ਜੀ ਘੁੰਮ ਰਹੇ ਨੇ, ਦਿੱਲੀ ਦੇ ਕੈਬਨਿਟ ਮੰਤਰੀ ਕੇਜਰੀਵਾਲ ਸਾਹਿਬ ਦੇ, ਉਹ ਇਸ ਸੈਂਟੈਂਸ ਰਿਵਿਊ ਕਮੇਟੀ ਦੇ ਚੇਅਰਮੈਨ ਨੇ। ਦੂਜਾ ਆ ਜੋ ਪ੍ਰਿੰਸੀਪਲ ਸੈਕਟਰੀ ਹੋਮ ਦਿੱਲੀ ਸਰਕਾਰ, ਇਹ ਸਤਿੰਦਰ ਜੈਨ ਜੀ ਹੋਮ ਮਿਨਿਸਟਰ ਵੀ ਨੇ ਤੇ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਵੀ ਉਹ ਮੈਂਬਰ ਨੇ ਸੈਂਟੈਂਸ ਰਿਵਿਊ ਕਮੇਟੀ ਦੇ। ਤੀਸਰਾ ਆ ਜੋ ਸੈਕਟਰੀ ਲਾਅ ਜਸਟਿਸ ਐਂਡ ਲੈਜਿਸਲੇਟਰ ਅਫੇਅਰਸ ਗਵਰਨਮੈਂਟ ਆਫ NCT ਆਫ ਦਿੱਲੀ, ਇਹ ਵੀ ਦਿੱਲੀ ਸਰਕਾਰ ਦੇ ਨੇ ਜਿਹੜੇ ਕਿ ਸੈਕਟਰੀ ਨੇ। ਚੌਥਾ ਆ ਜੋ ਜੱਜਾਂ ਦੀ ਗੱਲ ਕੀਤੀ, ਸਿਰਫ ਇੱਕ ਜੁਡੀਸ਼ੀਅਲ ਆਫੀਸਰ, ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦਿੱਲੀ ਦੇ ਸਿਰਫ ਇੱਕ ਆਫੀਸਰ ਹੈ ਜਿਹੜਾ ਕਿ ਇੱਕ ਜੱਜ ਹੈ, ਜਿਹੜਾ ਕਈ ਉਹਨਾਂ ਕਈ ਜੱਜਿਸ ਹੈ, ਝੂਠ ਬੋਲਿਆ ਸੀਗਾ। ਚਲੋ ਇਹ ਦਿੱਲੀ ਸਰਕਾਰ ਨਾਲ ਰਿਲੇਟਡ ਨੇ, ਜੁਡੀਸ਼ਰੀ ਨਾਲ ਰਿਲੇਟਡ ਹੈ। ਫਿਰ ਆ ਜਾਓ ਤੁਸੀਂ ਪੰਜਵਾਂ ਹੈ ਚੀਫ ਪ੍ਰੋਬੇਸ਼ਨ ਆਫੀਸਰ ਗਵਰਨਮੈਂਟ ਆਫ NCT ਆਫ ਦਿੱਲੀ, ਪ੍ਰੋਬੇਸ਼ਨ ਅਫਸਰ ਦਿੱਲੀ ਦਾ, ਦਿੱਲੀ ਸਰਕਾਰ ਦੇ ਅੰਡਰ ਜਿਹੜਾ ਕੰਮ ਕਰਦਾ ਹੈ ਚੀਫ। ਫਿਰ ਆ ਜਾਓ ਛੇਵਾਂ ਹੈਗਾ ਜੁਆਇੰਟ ਕਮਿਸ਼ਨਰ ਦਿੱਲੀ ਪੁਲਿਸ, ਤੇ ਥੱਲੜੇ ਰੈਂਕ ਦਾ ਬੰਦਾ ਕੋਈ ਨਹੀਂ ਹੋਣਾ ਚਾਹੀਦਾ ਤੇ ਜੁਆਇੰਟ ਕਮਿਸ਼ਨਰ ਤੱਕ ਦੇ ਰੈਂਕ ਦਾ ਹੋਣਾ ਚਾਹੀਦਾ, ਉਹ ਵੀ ਕਮੇਟੀ ਦੇ ਮੈਂਬਰ ਹੈ। ਇਹ ਲਾ ਲਓ ਤੁਸੀਂ ਕੇਂਦਰ ਸਰਕਾਰ ਦੇ ਅੰਡਰ। ਫਿਰ ਆ ਜਾਓ ਤੁਸੀਂ 7ਵਾਂ ਡਾਇਰੈਕਟਰ ਜਨਰਲ ਆਫ ਪ੍ਰਿਜ਼ਨ, ਜੇਲ੍ਹ ਦਾ ਡਾਇਰੈਕਟਰ ਜਨਰਲ, ਜੇਲ੍ਹ ਕਿਹਦੇ ਅੰਡਰ ਹੈ? ਦਿੱਲੀ ਸਰਕਾਰ ਦੇ ਅੰਡਰ। ਤਾਂ ਹੁਣ 7 ਮੈਂਬਰਾਂ ਚੋਂ 5 ਮੈਂਬਰ ਕੇਜਰੀਵਾਲ ਜੀ ਦੇ ਨੇ, ਮਤਲਬ 7 ਚੋਂ 5 ਕੇਜਰੀਵਾਲ ਹੈ, ਤੇ ਫਿਰ ਸਾਰੀ ਪਾਵਰ ਤਾਂ ਕੇਜਰੀਵਾਲ ਕੋਲ ਹੈ। ਤੇ ਕਿਉਂ ਪੰਜਾਬ ਦੇ ਬੋਲ ਰਿਹਾ ਹੈ? ਕਿਉਂਕਿ ਉਹ BJP ਦੇ ਹੱਥਾਂ 'ਚ ਖੇਲ ਰਿਹਾ ਹੈ। ਫਿਰ ਆ ਜਾਓ ਇੱਕ ਹੋਰ ਇੰਪੋਰਟੈਂਟ ਗੱਲ, ਅਗਲਾ ਪੈਰਾ ਹੈ ਐਲੀਜੀਬਿਲਟੀ ਫॉर ਪੈਰਾਮੀਟਰ ਰਿਲੀਵ ਦੇ। ਕਿਸੇ ਬੰਦੇ ਨੂੰ ਜੇ ਰਿਲੀਵ ਕਰਨਾ ਹੋਵੇ ਤਾਂ ਉਹਦੇ ਕੀ ਪੈਰਾਮੀਟਰ ਹੋਣਗੇ? ਇਸ 'ਚ ਸਾਫ਼ ਲਿਖਿਆ ਹੈ ਕਿ ਜਿਹੜਾ ਲਾਈਫ ਟਰਮ 14 ਸਾਲ ਦੀ ਸਜ਼ਾ ਆਪਣੀ ਪੂਰੀ ਕਰ ਚੁੱਕਿਆ ਹੋਵੇ ਤਾਂ ਉਹਦਾ ਕੇਸ ਇਸ ਸੈਂਟੈਂਸ ਰਿਵਿਊ ਕਮੇਟੀ 'ਚ ਰੱਖਿਆ ਜਾਊਗਾ, ਉਹਦਾ ਆਧਾਰ ਦੇਖਿਆ ਜਾਊਗਾ, ਫਿਰ ਉਹਨੂੰ ਰਿਲੀਜ਼ ਕੀਤਾ ਜਾਊਗਾ। ਪ੍ਰੋਫੈਸਰ ਭੁੱਲਰ ਆਪਣੀ ਸਜ਼ਾ ਵੀ ਕੰਪਲੀਟ ਕਰ ਚੁੱਕੇ ਹੈ, ਉਲਟਾ 12-13 ਸਾਲ ਆਪਣੀ ਸਜ਼ਾ ਤੋਂ ਉੱਤੇ ਜਾ ਚੁੱਕੇ ਨੇ। ਉਹ ਫਿਜ਼ੀਕਲੀ ਵੀ ਜਿਹੜੇ ਵੀਕ ਨੇ, ਮੈਂਟਲੀ ਵੀ ਵੀਕ ਨੇ, ਕਮਜ਼ੋਰੀ ਉਹਨਾਂ ਦੇ ਸਰੀਰ 'ਚ ਹੈਗੀ ਹੈ। ਤਾਂ ਇੱਕ ਬਿਮਾਰ ਆਦਮੀ ਨੂੰ, ਮੈਂ ਇਹ ਨਹੀਂ ਕਹਿੰਦਾ ਕਿ ਪ੍ਰੋਫੈਸਰ ਭੁੱਲਰ ਹੈ ਤਾਂ ਹੀ
ਉਹਨਾਂ ਨੂੰ ਰਿਲੀਜ਼ ਕਰੋ। ਇੱਕ ਹੋਰ ਕੋਈ ਜਰਨਲ ਬੰਦਾ ਵੀ ਹੁੰਦਾ, ਕੋਈ ਹੋਰ ਕੋਈ ਆਮ ਆਦਮੀ ਵੀ ਹੁੰਦਾ ਤਾਂ ਇੱਕ ਜਿਹਨੂੰ ਕਹਿੰਦੇ ਆ ਉਸ ਆਧਾਰ 'ਤੇ, ਸਦਭਾਵਨਾ ਦੇ ਆਧਾਰ 'ਤੇ, ਇੱਕ ਇਨਸਾਨੀਅਤ ਦੇ ਆਧਾਰ 'ਤੇ ਵੀ ਉਹਨੂੰ ਇਸ ਕਮੇਟੀ ਦੇ ਇਸ ਕਮੇਟੀ ਦੇ ਡਿਸੀਜਨ ਦੇ ਅਕੋਰਡਿੰਗਲੀ ਉਹਨੂੰ ਜਿਹੜਾ ਹੈਗਾ ਜੇਲ੍ਹ ਤੋਂ ਰਿਹਾ ਕੀਤਾ ਜਾ ਸਕਦਾ ਹੈ। ਪਰ ਕਿਆ ਕਰੀਏ, ਸਾਡੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਪਤਾ ਨਹੀਂ ਕਿਉਂ ਇੰਨੀ ਨਫ਼ਰਤ ਕਰਦੇ ਹੈ ਘੱਟ ਗਿਣਤੀਆਂ ਨਾਲ, ਉਸੇ ਤਰ੍ਹਾਂ ਜਿਵੇਂ ਬੀਜੇਪੀ ਕਰਦੀ ਹੈ। ਹੁਣ ਅਹਿਮ ਸਵਾਲ ਹੈ, ਜੋ ਤੁਸੀਂ ਕਮੇਟੀ ਦੀ ਗੱਲ ਕਰ ਰਹੇ ਹੋ, ਪਿਛਲੇ ਤੁਸੀਂ ਕਹਿੰਦੇ 13 ਸਾਲ ਉੱਪਰ ਹੋ ਗਈ ਉਹਨਾਂ ਦੀ ਸਜ਼ਾ ਤੋਂ, 13 ਸਾਲ ਉੱਪਰ ਨੇ ਦਵਿੰਦਰਪਾਲ ਭੁੱਲਰ ਦੀ, ਕਦੀ ਵੀ ਜ਼ਿਕਰ ਨਹੀਂ ਹੋਇਆ ਭੁੱਲਰ ਦਾ ਵੀ ਇਸ ਕਮੇਟੀ ਦੇ ਵਿੱਚ ਵੀ ਉਹ ਰਿਹਾ ਕਰਨਾ ਕਿ ਨਹੀਂ ਕਰਨਾ, ਕਿਤੇ ਕੋਈ ਕਾਗਜ਼ ਇਹੋ ਜਿਹਾ ਮਿਲਿਆ ਹੋਵੇ? ਦੇਖੋ ਉਹ ਡਾਕੂਮੈਂਟ ਸੋਸ਼ਲ ਮੀਡੀਆ 'ਤੇ, ਇਸ ਕਰਕੇ ਮੈਂ ਉਹਨਾਂ ਦੀ ਅਥੈਂਟਿਸਿਟੀ 'ਤੇ ਨਹੀਂ ਜਾਊਂਗਾ। ਕੋਈ ਜਿਹੜਾ ਕਾਗਜ਼ ਮੇਰੇ ਹੱਥ 'ਚ ਹੈ ਮੈਂ ਆਪ ਪ੍ਰਕਿਓਰ ਕੀਤਾ ਇਹਨੂੰ ਮੈਂ ਸਹੀ ਮੰਨੂਗਾ। ਉਹਨਾਂ ਕਾਗਜ਼ਾਂ 'ਤੇ ਕਈ ਜਗ੍ਹਾ ਆਇਆ ਕਿ ਜਿਹੜਾ ਕਿ ਉਹਨਾਂ ਦਾ ਜਿਹੜੀ ਕਮੇਟੀ ਦਾ ਰਿਵਿਊ ਕਮੇਟੀ ਜਦੋਂ ਹੋਈ ਸੀ, ਰਿਵਿਊ ਕਮੇਟੀ 'ਚ ਦਿੱਲੀ ਪੁਲਿਸ ਨੇ ਕਿਹਾ ਸੀਗਾ ਵੀ ਨਹੀਂ ਜੀ ਹੋਣਾ ਨਹੀਂ ਚਾਹੀਦੇ, ਅਤੇ ਥੱਲੇ ਜਿਹੜਾ ਇਹਨਾਂ ਦੇ ਡਿਪਾਰਟਮੈਂਟ ਹੈ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਜਿਹੜਾ ਇਹ ਹੈਗਾ ਉਹਨੇ ਵੀ ਕਿਹਾ ਵੀ ਨਹੀਂ ਹੋਣਾ ਚਾਹੀਦਾ ਜੀ। ਮੁੜ ਕੇ ਰੈਜੂਲੇਸ਼ਨ ਪਾ ਕੇ ਕਮੇਟੀ ਨੇ ਉਹਨਾਂ ਦੀ ਸਜ਼ਾ ਜਿਹੜੀ ਹੈ ਮਾफ़ ਕਰਨ ਤੋਂ ਇਨਕਾਰੀ ਕਰਤੀ, ਉਹਨਾਂ ਨੂੰ ਰਿਲੀਜ਼ ਕਰਨ ਤੋਂ ਇਨਕਾਰੀ ਕਰਤੀ। ਉਹ ਕਾਗਜ਼ ਕੁਝ ਸੋਸ਼ਲ ਮੀਡੀਆ 'ਤੇ ਚੱਲ ਰਹੇ ਹੈ। ਪਰ ਮੇਨ ਗੱਲ ਤਾਂ ਇਹ ਹੈ ਕਿ 7 ਸਾਲ ਹੋ ਗਏ ਦਿੱਲੀ ਸਰਕਾਰ ਆਈ ਨੂੰ, ਕੇਜਰੀਵਾਲ ਸਾਹਿਬ ਦੀ ਸਰਕਾਰ ਆਈ ਨੂੰ। ਕਿਆ 7 ਸਾਲਾਂ 'ਚ ਜਿਹੜਾ ਬੰਦਾ ਸਜ਼ਾ ਪੂਰੀ ਕਰਨ ਤੋਂ ਵੀ 12-13 ਸਾਲ ਉੱਪਰ ਚਲਾ ਗਿਆ, ਕਿਆ ਇੱਕ ਵਾਰ ਵੀ ਤਰਸ ਨਹੀਂ ਆਇਆ? ਕਿਆ ਇੱਕ ਵਾਰ ਵੀ ਉਹਨਾਂ ਦੇ ਸਿਹਤ ਦੇ ਹਵਾਲੇ 'ਤੇ ਤਰਸ ਨਹੀਂ ਆਇਆ? ਸੋ ਮੈਂ ਫਿਰ ਕਹਿੰਦਾ, ਮੈਂ ਇਕੱਲੇ ਪ੍ਰੋਫੈਸਰ ਭੁੱਲਰ ਦੀ ਗੱਲ ਨਹੀਂ ਕਰਦਾ, ਹੋਰ ਮੈਂ ਉਹਨਾਂ ਅਨੇਕਾਂ ਹੀ ਕੈਦੀਆਂ ਦੀ ਗੱਲ ਕਰਦਾ ਜਿਹੜੇ 14 ਸਾਲ ਤੋਂ ਉੱਤੇ ਸਜ਼ਾ ਜਿਹੜੀ ਆਪਣੀ ਕੰਪਲੀਟ ਕਰ ਚੁੱਕੇ ਹੈ, ਪਰ ਉਹਨਾਂ ਨੂੰ ਮਨੁੱਖਤਾ ਦੇ ਆਧਾਰ 'ਤੇ ਹੀ ਸਹੀ ਘੱਟੋ ਘੱਟ ਰਿਲੀਜ਼ ਕਿਉਂ ਨਹੀਂ ਕੀਤਾ ਗਿਆ? ਕੇਜਰੀਵਾਲ ਸਾਹਿਬ ਕਹਿੰਦੇ ਆਏ ਨੇ ਵੀ ਸਾਡੇ ਹੱਥ ਵਿੱਚ ਕੁਝ ਨਹੀਂ ਹੈਗਾ, ਫਾਈਲ ਐਲਜੀ ਕੋਲ ਪਈ ਹੈ, ਅਸੀਂ ਭੁੱਲਰ ਦੀ ਰਿਹਾਈ ਨਹੀਂ ਕਰ ਸਕਦੇ, ਪਰ ਇਹ ਕਾਗਜ਼ ਤਾਂ ਕੁਝ ਹੋਰ ਕਹਿੰਦੇ ਨੇ। ਦੇਖੋ, ਉਹ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਐਲਜੀ ਕੋਲ ਫਾਈਲ ਪਈ ਹੈ। ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਕੋਲ ਬਿਠਾ ਕੇ ਉਹਨਾਂ ਦਾ ਭਾਂਡਾ ਭੰਨ ਦਿੰਦੇ ਆ ਔਰ ਕਹਿੰਦੇ ਨੇ ਮੀਟਿੰਗ ਨਹੀਂ ਹੋਈ। ਤੇ ਇਹ ਕਾਗਜ਼ ਤਾਂ ਸਾਫ਼ ਕਹਿ ਰਹੇ ਨੇ ਕਿ ਜੋ ਕੁਝ ਵੀ ਕਰਨਾ ਹੈ ਉਹ ਅਰਵਿੰਦ ਕੇਜਰੀਵਾਲ ਨੇ ਕਰਨਾ ਹੈ। ਮੈਂ ਓਪਨ ਚੈਲੰਜ ਤੁਹਾਡੇ ਚੈਨਲ ਥਰੂ ਅਰਵਿੰਦ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕਰਨਾ ਚਾਹੁੰਦਾ ਹੈ ਵੀ ਇਹ ਸੈਂਟੈਂਸ ਰਿਵਿਊ ਕਮੇਟੀ ਦਾ ਜਿਹੜਾ ਕਾਗਜ਼ ਮੇਰੇ ਹੱਥ 'ਚ ਹੈ, ਇਹ ਕਾਗਜ਼ ਲੋਕਾਂ 'ਚ ਜਨਤਕ ਕਰਕੇ ਆਪਣੇ ਹੱਥ 'ਚ ਰੱਖ ਕੇ ਮੀਡੀਆ ਨੂੰ ਦੱਸਣ ਵੀ ਉਹਨਾਂ 'ਚ ਕੋਲ ਇਹਦੇ ਵਿੱਚ ਕਿਹੜੀ ਇਹੋ ਜਿਹੀ ਲਾਈਨ ਲਿਖੀ ਹੋਈ ਹੈ, ਕਿਹੜੀ ਇਹੋ ਜਿਹੇ ਮੈਂਬਰ ਨੇ ਜਿਹੜੇ ਕਿ ਉਹਨਾਂ ਤੋਂ ਬਾਹਰ ਨੇ। ਤੁਸੀਂ 5 ਮੈਂਬਰ ਕਹਿ ਰਹੇ ਹੋ ਕਿ ਆਪ ਗਵਰਨਮੈਂਟ ਦੇ ਹੈਗੇ ਨੇ ਦਿੱਲੀ 'ਚ, ਦਿੱਲੀ ਵਾਲੀ ਗਵਰਨਮੈਂਟ। ਦੇਖੋ, ਮੈਜੋਰਟੀ 7 ਚੋਂ 5 ਦੀ ਹੋਊਗੀ ਨਾ। ਜੇ 3 ਮੈਂਬਰ ਵੀ ਹੈ ਤਾਂ ਮੈਜੋਰਟੀ 2 ਜਣਿਆਂ ਦੀ ਹੋਊਗੀ, 3 ਚੋਂ ਤਾਂ 7 ਚੋਂ 5 ਦੀ ਮੈਜੋਰਟੀ ਹੈ, ਤਾਂ 5 ਮੈਂਬਰ ਤਾਂ ਮੈਜੋਰਟੀ ਦੇ ਨੇ। ਉਹਨਾਂ ਨੂੰ ਰੋਕਦਾ ਕੌਣ ਹੈ ਰੋਕਣ ਤੇ? ਔਰ ਇਹ ਤਾਂ ਵੈਸੇ ਵੀ ਹੈ ਹੀ ਆ ਵੀ ਆਮ ਆਦਮੀ ਪਾਰਟੀ ਦਾ ਟ੍ਰੈਂਡ ਹੈ ਕਿ ਜੋ ਅਰਵਿੰਦ ਕੇਜਰੀਵਾਲ ਨੇ ਕਹਿ ਤੇ ਉਹ ਪੱਥਰ ਤੇ ਲਕੀਰ ਹੈ। ਜੇ ਅਰਵਿੰਦ ਕੇਜਰੀਵਾਲ ਪੰਜਾਂ ਨੂੰ ਇੱਕ ਵਾਰ ਬੁਲਾ ਕੇ ਕਮਰੇ 'ਚ ਕਹਿ ਦੂਗਾ ਵੀ ਆਪਣਾ ਹਿਸਾਬ ਕਿਤਾਬ ਦੇਖ ਲਿਓ, ਨਹੀਂ ਸਾਈਨ ਕਰ ਦਿਓ, ਤਾਂ ਕੋਈ ਮਨਾ ਕਰ ਦੂਗਾ? ਅੱਛਾ, ਐਲਜੀ ਦਾ ਕਿਉਂ ਨਾਮ ਆਉਂਦਾ ਪਿਆ ਸੀ ਕਿ ਐਲਜੀ ਕੋਲ ਵਾਕਈ ਕੋਈ ਅਥਾਰਟੀ ਹੈਗੀ ਹੈ, ਪਾਵਰ ਹੈਗੀ ਹੈ ਕਿ ਉਹ ਰਿਲੀਜ਼ ਕਰਨਗੇ, ਜਾਂ ਸਾਰੀ ਇਸ ਕਮੇਟੀ ਵਿੱਚ ਪਾਵਰ ਹੈ? ਦੇਖੋ, ਕਮੇਟੀ ਦੀਆਂ ਰਿਕਮੈਂਡੇਸ਼ਨਸ ਹੁੰਦੀਆਂ, ਰਿਕਮੈਂਡੇਸ਼ਨਸ ਤੋਂ ਬਾਅਦ ਕਿਉਂਕਿ ਦਿੱਲੀ ਜਿਹੜਾ ਹੈ ਪੂਰਨ ਰਾਜ ਨਹੀਂ ਹੈਗਾ, ਉਹ ਜਿਹੜਾ ਹੈਗਾ 2 ਹਿੱਸਿਆਂ 'ਚ ਡਿਵਾਈਡ ਹੈ, ਐਲਜੀ ਦਾ ਰੂਲ ਤੇ ਦਿੱਲੀ ਸਰਕਾਰ ਦਾ ਰੂਲ। ਤੇ ਦਿੱਲੀ ਸਰਕਾਰ ਕੋਈ ਵੀ ਮਤਾ ਪਾਉਂਦੀ ਹੈ, ਕੋਈ ਵੀ ਰੈਜੂਲੇਸ਼ਨ ਪਾਉਂਦੀ, ਉਹ ਐਲਜੀ ਕੋਲ ਭੇਜਣਾ ਪੈਂਦਾ ਹੈ, ਤੇ ਐਲਜੀ ਫਿਰ ਉਹਨੂੰ ਅੱਗੇ ਫਾਈਨਲ ਅਪਰੂਵਲ ਦਿੰਦਾ ਹੈ। ਵਿਧਾਨ ਸਭਾ 'ਚ ਮਤਾ ਪਾ ਕੇ ਵੀ ਐਲਜੀ ਕੋਲ ਭੇਜਿਆ ਜਾਂਦਾ, ਫਿਰ ਐਲਜੀ ਫਾਈਨਲ ਅਪਰੂਵਲ ਦਿੰਦਾ ਹੈ। ਪਰ ਉਸ ਤੋਂ ਬਾਅਦ ਵੀ ਕੋਰਟ ਦਾ ਰਸਤਾ ਹੈ। ਜੇ ਮੈਂ ਕਹਿੰਦਾ ਇਹਨਾਂ ਨੇ ਪਹਿਲਾਂ ਤਾਂ ਇਹ ਕਮੇਟੀ 'ਚੋਂ ਮੁੱਕਰ ਗਏ ਉਹ ਵੀ ਸਾਡਾ ਕੋਈ ਅਧਿਕਾਰ ਨਹੀਂ ਹੈ। ਦੂਜੀ ਗੱਲ, ਜੇ ਇਹਨਾਂ ਨੇ 1% ਮੈਂ ਕਹਿੰਦਾ ਮੰਨ ਲਓ ਪਾ ਵੀ ਲਈ, ਪਾਉਣ ਤੋਂ ਬਾਅਦ ਐਲਜੀ ਕੋਲ ਚਲੇ ਗਏ, ਐਲਜੀ ਨੇ ਰਿਫਿਊਜ਼ 1% ਕਰਤੇ ਮੰਨ ਲਓ, ਤਾਂ ਇਹਨਾਂ ਕੋਲ ਕੋਰਟ ਦਾ ਰਸਤਾ ਹੈ। ਪਰ ਇਹ ਤਾਂ ਕਮੇਟੀ ਮੰਨਣ ਨੂੰ ਤਿਆਰ ਨਹੀਂ ਸਾਡੀ ਹੈ, ਇਹ ਤਾਂ ਕਮੇਟੀ ਉਹ ਕਹੀ ਜਾਂਦੇ ਵੀ ਸਾਡਾ ਕੋਈ ਰੋਲ ਨਹੀਂ ਕਮੇਟੀ 'ਚ। ਤੇ ਜਦ ਕਮੇਟੀ ਦੇ ਝੂਠ ਬੋਲੀ ਜਾਂਦੇ ਆ ਤੇ ਵੱਡੀ ਲੜਾਈ ਕਿਵੇਂ ਲੜਨਗੇ? ਐਲਜੀ ਕੋਲ ਕਿਵੇਂ ਜਾ ਕੇ ਲੜਨਗੇ? ਨਾ, ਉਹੀ ਗੱਲ ਹੈ ਨਾ। ਹੁਣ ਵੀ ਚਰਚਾ ਛਿੜ ਗਈ ਸੀ ਕਿ ਹੁਣ ਨਹੀਂ ਮੁੱਦੇ ਕਿਉਂ ਚੱਕੇ ਜਾ ਰਹੇ ਨੇ, ਕਿ ਪਿਛਲੇ ਕਈ ਸਾਲੋਂ ਤੋਂ ਮੁੱਦਾ ਕਿਉਂ ਨਹੀਂ ਚੱਕਿਆ ਜਾ ਰਿਹਾ ਸੀ? ਠੀਕ ਹੈ, ਪ੍ਰੋਟੈਸਟ ਹੁੰਦੇ ਆਏ ਨੇ, ਕਈ ਸਿੱਖਾਂ ਨੇ ਇੱਥੇ ਪ੍ਰੋਟੈਸਟ ਕੀਤੇ ਨੇ ਕਿ ਜੋ ਜਿਨ੍ਹਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਹੈ ਉਹਨਾਂ ਨੂੰ ਰਿਹਾ ਕਰਕੇ ਵਾਪਸ ਲਿਆਂਦਾ ਜਾਵੇ। ਦੇਖੋ, ਪੋਲੀਟੀਕਲ ਲੀਡਰ ਅਕਸਰ ਇਹ ਚੀਜ਼ ਆਪਣੇ ਆਪ ਨੂੰ ਮੁੱਦਿਆਂ ਤੋਂ ਭੱਜਣ ਦੇ ਮਾਰੇ ਕਹਿ ਦਿੰਦੇ ਆ ਕਿ ਹੁਣ ਇਹ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ। ਕਿਉਂਕਿ ਮੈਂ ਸੁਣਿਆ ਕਈ ਆਮ ਆਦਮੀ ਪਾਰਟੀ ਦੇ ਲੀਡਰ ਇਹ ਚੀਜ਼ ਕਹਿ ਰਹੇ ਨੇ, ਕਈ ਹੋਰ ਪਾਰਟੀਆਂ ਦੇ ਲੀਡਰ ਵੀ ਜਦ ਐਲੀਗੇਸ਼ਨ ਲੱਗਦੇ ਕਹਿੰਦੇ ਨੇ। ਤੇ ਜਦੋਂ ਪੋਲੀਟੀਕਲ ਲੀਡਰ ਇਲੈਕਸ਼ਨ ਵਿੱਚ ਆਪਣੀ ਇਲੈਕਸ਼ਨ ਜਿੱਤਣ ਵਾਸਤੇ ਮੁੱਦੇ ਚੁੱਕ ਸਕਦੇ ਨੇ, ਤਾਂ ਆਮ ਲੋਕ ਨਹੀਂ ਚੁੱਕ ਸਕਦੇ। ਆਮ ਲੋਕਾਂ ਕੋਲ ਵੀ ਤਾਂ ਇਲੈਕਸ਼ਨ ਹੀ ਹੁੰਦਾ ਹੈ, ਕਿਉਂਕਿ ਪੋਲੀਟੀਕਲ ਲੀਡਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ, ਤਾਂ ਆਮ ਲੋਕਾਂ ਕੋਲ ਵੀ ਸਮਾਂ ਹੁੰਦਾ ਹੈ ਵੀ ਉਹਨਾਂ ਨੂੰ ਕਹਿਣ ਦਾ
ਭਾਈ ਵੋਟ ਤਾਂ ਪਊਗੀ ਜੇ ਸਾਡੇ ਮੁੱਦਿਆਂ ਦੀ ਗੱਲ ਕਰੋਗੇ, ਜੇ ਸਾਡੇ ਮੁੱਦੇ ਚੁੱਕੋਗੇ। ਤੁਸੀਂ ਪੋਲੀਟੀਕਲ ਪਾਰਟੀਆਂ ਇੱਕ ਦੂਏ ਨੂੰ ਮੁੱਦਿਆਂ ਤੇ ਆਧਾਰਿਤ ਘੇਰਨ ਦੀ ਕੋਸ਼ਿਸ਼ ਕਰਦੀਆਂ, ਕਾਊਂਟਰ ਐਲੀਗੇਸ਼ਨ ਲਾ ਕੇ ਘੇਰਨ ਦੀ ਕੋਸ਼ਿਸ਼ ਕਰਦੀਆਂ। ਕਿਉਂ ਕਰਦੀਆਂ? ਤਾਂ ਕਿ ਲੋਕਾਂ ਨੂੰ ਕਹਿ ਸਕੇ ਦੇਖੋ ਜੀ ਅਸੀਂ ਤੁਹਾਡੇ ਆ ਮੁੱਦੇ ਚੱਕ ਰਹੇ, ਸਾਨੂੰ ਵੋਟ ਪਾ ਦਿਓ। ਤਾਂ ਫਿਰ ਲੋਕ ਕਿਉਂ ਨਾ ਕਹਿਣ ਵੀ ਸਾਡੇ ਮੁੱਦੇ ਹੱਲ ਕਰੋ, ਅਸੀਂ ਤਾਂ ਵੋਟ ਪਾਵਾਂਗੇ। ਤਾਂ ਇਹ ਤਾਂ ਅਧਿਕਾਰ ਦੋਨਾਂ ਨੂੰ ਬਰਾਬਰ ਹੋਣਾ ਚਾਹੀਦਾ। ਅੱਛਾ, ਹੁਣ ਗੱਲ ਕਰੀਏ ਵੀ ਭੁੱਲਰ ਸਾਹਿਬ ਦੀ, ਜਿਵੇਂ ਹੁਣ ਚਰਚਾ ਚੱਲਦੀ ਪਈ ਸੀ ਪਿਛਲੇ ਕਈ ਦਿਨਾਂ ਦੇ ਉੱਤੋਂ ਬਾਰ-ਬਾਰ ਪ੍ਰੋਟੈਸਟ ਵੀ ਹੁੰਦੇ ਦੇ, ਸਵਾਲ ਵੀ ਹੁੰਦੇ ਦੇ ਆਮ ਆਦਮੀ ਪਾਰਟੀ ਨੂੰ ਵੀ ਕਿਉਂ ਨਹੀਂ ਰਿਹਾਈ ਹੁੰਦੀ, ਰਿਹਾਈ ਹੋ ਕਿਉਂ ਨਹੀਂ ਦੀ? ਕੀ ਇਹ ਵੀ ਇੱਕ ਕਾਰਡ ਹੈ ਕਿ ਰਿਹਾਈ ਨਹੀਂ ਹੋਣ ਦੇਣੀ, ਇੱਕ ਤਬਕੇ ਦੀਆਂ ਵੋਟਾਂ ਨੂੰ ਖੁਸ਼ ਕਰਨਾ ਪੰਜਾਬ ਦੇ ਵਿੱਚ? ਦੇਖੋ, ਇਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਮ ਆਦਮੀ ਪਾਰਟੀ ਬੀਜੇਪੀ ਦੇ ਲੀਗ ਤੇ ਚੱਲ ਗਈ। ਤੇ ਮੈਨੂੰ ਇਹ ਲੱਗਦਾ ਜਿਹੜਾ ਕਿ ਬੜਾ ਮੰਦਭਾਗਾ ਹੈ, ਪੰਜਾਬ ਇੱਕ ਸੂਬਾ ਜਿਹੜਾ ਹਿੰਦੂ, ਮੁਸਲਿਮ, ਸਿੱਖ, ਈਸਾਈ ਹਰ ਧਰਮ ਤੇ ਹਰ ਜਾਤ ਦੇ ਲੋਕ, ਅੰਨ੍ਹੀਆਂ ਤਸ਼ੱਦਦਾਂ ਪੰਜਾਬ ਨੇ ਸਹੀਆਂ, ਪਰ ਸਾਡਾ ਭਾਈਚਾਰਾ ਤੇ ਏਕਾ ਕਦੀ ਨਹੀਂ ਟੁੱਟਿਆ। ਪੰਜਾਬ ਜੇ ਅੱਜ ਖੜਿਆ ਹੈ ਤੇ ਆਪਣੇ ਭਾਈਚਾਰੇ ਦੇ ਏਕੇ ਦੇ ਸਿਰ ਤੇ ਖੜਾ ਹੈ। ਪਰ ਪਹਿਲਾਂ ਬੀਜੇਪੀ ਵੱਖ-ਵੱਖ ਤਰੀਕੇ ਨਾਲ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਰਹੀ। ਹੁਣ ਆਮ ਆਦਮੀ ਪਾਰਟੀ ਵੱਖ-ਵੱਖ ਤਰੀਕੇ ਨਾਲ, ਕਦੀ ਕਹਿੰਦੇ ਜਦੋਂ ਸੀਏ ਦਾ ਪ੍ਰੋਟੈਸਟ ਹੋਇਆ ਬੀਜੇਪੀ ਨੇ ਤਿਰੰਗਾ ਯਾਤਰਾ ਕੱਢੀ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀਗੀ ਆ ਦੇਖੋ ਜੀ ਪ੍ਰੋਟੈਸਟ ਦੇ ਖਿਲਾਫ ਯਾਤਰਾ ਕੱਢ ਰਹੇ ਨੇ। ਕਦੀ ਕਿਸਾਨਾਂ ਦੇ ਖਿਲਾਫ ਤਿਰੰਗਾ ਯਾਤਰਾ ਬੀਜੇਪੀ ਨੇ ਕੱਢੀ ਤਾਂ ਆਮ ਆਦਮੀ ਪਾਰਟੀ ਕਹਿੰਦੀ ਦੇਖੋ ਜੀ ਇਹ ਕਿਸਾਨਾਂ ਦੇ ਖਿਲਾਫ ਯਾਤਰਾ ਕੱਢ ਰਹੇ। ਤੇ ਇਹ ਫਿਰ ਜਦੋਂ ਜਲੰਧਰ ਆ ਕੇ ਤੇ ਹੋਰ ਜਿਹੜੇ ਸਾਡੇ ਹਿੰਦੂ ਭਾਈਚਾਰਾ ਹੈ ਉਸ ਏਰੀਏ 'ਚ ਆ ਕੇ ਜੇ ਤਿਰੰਗਾ ਯਾਤਰਾ ਕੱਢਦੇ ਫਿਰ ਉਹਨੂੰ ਅਸੀਂ ਕੀ ਸਮਝੀਏ? ਕੀ ਇਹ ਪੰਜਾਬੀਆਂ ਨੂੰ ਸਿਖਾ ਰਹੇ ਨੇ ਜਿੱਥੇ ਹਰ ਹਫ਼ਤੇ ਹਰ 10 ਦਿਨ 'ਚ ਇੱਕ ਅੱਧਾ ਪੁੱਤ ਸ਼ਹੀਦ ਹੋ ਕੇ ਦੇਸ਼ ਵਾਸਤੇ, ਸਾਡੀ ਆਨ ਬਾਨ ਸ਼ਾਨ ਤਿਰੰਗੇ ਵਾਸਤੇ ਤੇ ਲਿਪਟ ਕੇ ਤੇ ਉਹਦੇ ਵਾਸਤੇ ਖੜਦਾਰ ਸ਼ਹੀਦ ਹੋ ਕੇ ਪੰਜਾਬ ਜਿਹੜਾ ਕਿ ਸਾਨੂੰ ਇਹ ਤਿਰੰਗੇ ਦਾ ਮਹੱਤਵ ਦੱਸਣਗੇ। ਪਟਿਆਲਾ ਜਿਨ੍ਹਾਂ ਨੇ ਸ਼ਾਂਤੀ ਮਾਰਚ ਕੱਢਿਆ, ਮੈਂ ਪੁੱਛਣਾ ਚਾਹੁੰਦਾ ਅਰਵਿੰਦ ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ ਤੇ ਹੋਰ ਪੰਜਾਬ ਦੇ ਆਮ ਆਦਮੀ ਪਾਰਟੀ ਲੀਡਰਾਂ ਨੂੰ, ਦਿੱਲੀ ਦੰਗੇ ਹੋਏ ਕਿਹੜਾ ਤਿਰੰਗਾ ਯਾਤਰਾ ਸ਼ਾਂਤੀ ਮਾਰਚ ਕੱਢ ਲਿਆ ਆਮ ਆਦਮੀ ਪਾਰਟੀ ਨੇ? ਕਿਸਾਨਾਂ ਤੇ ਤਸ਼ੱਦਦ ਹੋਈ ਕਿਹੜਾ ਤਿਰੰਗਾ ਯਾਤਰਾ ਸ਼ਾਂਤੀ ਮਾਰਚ ਉੱਥੇ ਕੱਢ ਲਿਆ? JNU 'ਚ 50 ਨਕਾਬਪੋਸ਼ਾਂ ਨੇ ਗੁੰਡਾਗਰਦੀ ਕੀਤੀ, ਸ਼ਰੇਆਮ ਉੱਥੇ ਸਟੂਡੈਂਟਸ ਨੂੰ ਕੁੱਟਿਆ, ਮਾਰਿਆ, ਗੋਲੀਆਂ ਚੱਲੀਆਂ, ਕਿਹੜਾ ਸ਼ਾਂਤੀ ਮਾਰ ਕੇ ਤਿਰੰਗਾ ਯਾਤਰਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਾਂ ਲੀਡਰਾਂ ਨੇ ਦਿੱਲੀ ਵਿੱਚ ਕੱਢ ਲਿਆ? ਇਹ 4 ਸਾਲ ਬਾਅਦ ਉੱਠ ਕੇ ਆ ਕੇ ਇਹਨਾਂ ਨੂੰ ਪੰਜਾਬ ਦੇ ਮੁੱਦੇ ਔਰ ਪੰਜਾਬ ਨਜ਼ਰ ਲੱਗ ਗਿਆ ਆਪਣੀ ਵੋਟ ਬੈਂਕ ਦੀ ਰਾਜਨੀਤੀ ਵਾਸਤੇ। ਪਰ ਜਦ ਦਿੱਲੀ ਵਿੱਚ ਇਹੀ ਚੀਜ਼ਾਂ ਹੁੰਦੀਆਂ ਤਾਂ ਉੱਥੇ ਕਿਉਂ ਚੁੱਪ ਹੋ ਜਾਂਦੇ ਆ? ਚਿੱਠੀ ਤੁਸੀਂ ਜੋ ਦਿਖਾਈ ਹੈ ਕਿ ਕੇਜਰੀਵਾਲ ਇਹਨਾਂ ਪੰਜਾਂ ਨੂੰ ਬੁਲਾ ਕੇ ਗੱਲਬਾਤ ਕਰ ਸਕਦੇ ਨੇ ਵੀ ਭੁੱਲਰ ਦੀ ਰਿਹਾਈ ਕਰਨੀ ਹੈ, ਕਿਉਂ ਨਹੀਂ ਇਸੇ ਗੱਲਬਾਤ ਹੁੰਦੀ? ਕੀ ਬੁਲਾਇਆ ਜਾ ਸਕਦਾ ਮੁੱਖ ਮੰਤਰੀ ਵੱਲੋਂ, ਕੇਜਰੀਵਾਲ ਸਾਹਿਬ ਵੱਲੋਂ? ਦੇਖੋ, ਕੇਜਰੀਵਾਲ ਤੇ ਪੰਜਾਂ ਨੂੰ 1 ਮਿੰਟ 'ਚ ਕੱਢ ਕੇ ਬਾਹਰ ਵੀ ਕਰ ਸਕਦਾ ਹੈ, ਤਾਂ ਇਹਨਾਂ ਨੂੰ ਬੁਲਾ ਕਿਉਂ ਨਹੀਂ ਸਕਦਾ? ਇੱਥੇ ਜੇ ਚੱਲਦਾ ਸਿਰਫ ਕੇਜਰੀਵਾਲ ਦਾ ਹੀ ਚੱਲਦਾ ਹੈ, ਇੱਥੇ ਆਮ ਆਦਮੀ ਪਾਰਟੀ ਤਾਂ ਖਤਮ ਹੋ ਗਈ। ਤੁਸੀਂ ਦੇਖਿਆ ਕਿਤੇ ਵੀ ਕਿਸੇ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਵੋਟ ਪਾਓ? ਉਹ ਕਹਿੰਦਾ ਕੇਜਰੀਵਾਲ ਨੂੰ ਵੋਟ ਪਾਓ। ਤਾਂ ਫਿਰ ਜੇ ਕੇਜਰੀਵਾਲ ਸਿੰਗਲ ਇੱਕ ਡਿਕਟੇਟਰਸ਼ਿਪ ਦੇ ਤਰੀਕੇ 'ਤੇ ਚੱਲਿਆ ਹੋਇਆ ਹੈ ਤਾਂ ਉਹ ਤਾਂ ਕਿਸੇ ਨੂੰ ਵੀ ਕਹਿ ਸਕਦਾ ਸਾਈਨ ਕਰੋ ਜੇ ਆਹ ਪਈ ਹੈ ਫੰਡ ਰਿਵਿਊ ਕਮੇਟੀ ਦੀ, ਬੁਲਾ ਮੀਟਿੰਗ। ਭਾਈ ਸਤਿੰਦਰ ਜੈਨ ਨੂੰ ਬੁਲਾ ਕੇ ਕਹੂਗਾ ਵੀ ਲਿਆ ਵੀ ਮੀਟਿੰਗ ਬੁਲਾ ਕੇ ਬਾਕੀ ਕੋਈ ਕਰਦਾ ਨਹੀਂ ਕਰਦਾ 5.5 ਫਾਈਨ ਕਰਦੇ ਆ, ਰਿਲੀਵ ਕਰਦੇ ਆ। ਕਹਿ ਸਕਦਾ, ਕਿਉਂ ਨਹੀਂ ਕਹਿ ਸਕਦਾ? ਪਰ ਨਹੀਂ ਕਹਿਣਾ ਉਹਨੇ। ਕਿਉਂ? ਕਿਉਂਕਿ ਉਹ ਜਾਤ ਪਾਤ ਧਰਮ ਦੀ ਰਾਜਨੀਤੀ ਵਿੱਚ ਫਸਿਆ ਹੋਇਆ ਹੈ, ਉਹ ਬੀਜੇਪੀ ਦੀ ਆਈਡੀਓਲੋਜੀ 'ਤੇ ਤੁਰਿਆ ਹੋਇਆ। ਹੁਣ ਕੀ ਵਾਕਈ ਹੀ ਭੁੱਲਰ ਜਿਹਦੀ ਰਿਹਾਈ ਹੋ ਜੂਗੀ, ਭੁੱਲਰ ਦੀ ਰਿਹਾਈ ਹੋਊਗੀ ਕਿ ਨਹੀਂ ਹੋਊਗੀ, ਕਿ ਹਲੇ ਮਾਮਲਾ ਹੋਰ ਲਟਕੂਗਾ? ਜਾਂ ਫਿਰ ਜੋ ਤੁਸੀਂ ਕਾਗਜ਼ ਦਿਖਾ ਰਹੇ ਹੋ ਕਿ ਇਸ ਕਾਗਜ਼ ਰਾਹੀਂ ਕੋਰਟ ਵਿੱਚ, ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ? ਦੇਖੋ, ਆਲਰੇਡੀ ਜਿਹੜੀ ਬਿੱਟਾ ਜਿਨ੍ਹਾਂ 'ਤੇ ਅਟੈਕ ਹੋਇਆ ਸੀਗਾ ਉਹਨਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਫਾਈਲ ਕੀਤੀ ਸੀਗੀ ਤੇ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਡਿਸਮਿਸ ਕਰਦੇ ਹੋਏ ਕਿਹਾ ਸੀਗਾ ਵੀ ਇਹ ਤਾਂ ਦਿੱਲੀ ਸਰਕਾਰ ਦੀ ਫੰਟੈਂਸ ਰਿਵਿਊ ਕਮੇਟੀ ਹੈਗੀ, ਉਹ ਫੰਟੈਂਸ ਰਿਵਿਊ ਕਮੇਟੀ ਡਿਸਾਈਡ ਕਰੇਗੀ ਕਿ ਇਹਨੂੰ ਛੱਡਣਾ ਕਿ ਨਹੀਂ ਛੱਡਣਾ। ਉਹਨੇ ਪਟੀਸ਼ਨ ਪਾਈ ਵੀ ਛੱਡਿਆ ਨਾ ਜਾਵੇ। ਸੋ ਆਲਰੇਡੀ ਜੇ ਸੁਪਰੀਮ ਕੋਰਟ ਨੇ ਪਟੀਸ਼ਨ ਰੱਦ ਕਰਤੀ ਔਰ ਸਾਰਾ ਕੁਝ ਦਿੱਲੀ ਸਰਕਾਰ ਦੀ ਫੰਟੈਂਸ ਰਿਵਿਊ ਕਮੇਟੀ 'ਤੇ ਛੱਡਤਿਆ ਤਾਂ ਫਿਰ ਇਹ ਤਾਂ ਇਹਨਾਂ ਦਾ ਮਤਲਬ ਬਣਦਾ ਨਾ। ਫਿਰ ਹੁਣ ਫਿਰ ਕੋਰਟ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਫਿਰ ਤਾਂ ਸਿਰਫ ਇਹ ਹੈ ਕਿ ਵੀ ਇਹਨਾਂ ਦੀ ਫੰਟੈਂਸ ਰਿਵਿਊ ਕਮੇਟੀ ਕਿਉਂ ਨਹੀਂ ਡਿਸਾਈਡ ਕਰ ਰਹੀ, ਤਾਂ ਉਹ ਦੇਖਣ ਦੀ ਗੱਲ ਹੈ। ਮੋਰਓਵਰ ਮੈਂ ਤਾਂ ਕਹੂੰਗਾ ਪੰਜਾਬ ਦੇ ਲੋਕ ਜਿਹੜੇ ਕਿ ਮੈਂ ਇਕੱਲੀ ਪ੍ਰੋਫੈਸਰ ਭੁੱਲਰ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਜਿਹੜੇ ਆਪਣੀ ਸਜ਼ਾਵਾਂ ਕੱਟ ਚੁੱਕੇ ਨੇ ਤੇ ਅੱਜ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨਾਲ ਖੜੇ ਨੇ, ਜਾਂ ਫਿਰ ਜਿਹੜੇ ਉਹਨਾਂ ਨੂੰ ਛੱਡ ਨਹੀਂ ਰਹੇ ਉਹਨਾਂ ਨਾਲ ਖੜੇ ਆ, ਉਹ ਆਉਣ ਵਾਲਾ ਇਲੈਕਸ਼ਨ ਡਿਸਾਈਡ ਕਰੇਗਾ। ਜੀ ਤੁਸੀਂ ਸਿੱਧਾ ਕਹਿ ਰਹੇ ਹੋ ਕਿ ਕੇਜਰੀਵਾਲ ਦੇ ਹੱਥ ਵਿੱਚ ਹੈਗਾ ਇਹ ਚਿੱਠੀ, ਜੇ ਆਪਾਂ ਗੱਲ ਕਰੀਏ ਕਮੇਟੀ ਦੀ ਗੱਲ ਕਰੀਏ, ਉਹ ਭੁੱਲਰ ਦੀ ਰਿਹਾਈ ਕਰਵਾ ਸਕਦੇ ਨੇ। ਤੁਹਾਡੇ ਸਾਹਮਣੇ ਰਿਜ਼ਲਟ ਹੈ, ਜਦ 5 ਮੈਂਬਰ ਹੈਗੇ ਨੇ ਤਾਂ 5 ਮੈਂਬਰ ਸਾਈਨ ਕਰਕੇ ਕਰ ਸਕਦੇ ਨੇ। ਉਹ ਕਿਉਂ ਨਹੀਂ ਕਰ ਰਿਹਾ? ਉਹ ਇਸੇ ਕਰਕੇ ਨਹੀਂ ਕਰ ਰਿਹਾ ਜੋ ਤੁਸੀਂ ਵੀ ਸਵਾਲ ਕੀਤਾ ਵੀ ਸਿਰਫ ਇਹ ਜਾਤ ਧਰਮ ਦੀ ਰਾਜਨੀਤੀ, ਜਿਹੜੀ ਧਰਮ ਦੀ ਰਾਜਨੀਤੀ ਬੀਜੇਪੀ ਕਾਰਡ ਖੇਲਦੀ ਹੈ, ਇੱਕ ਪਰਟੀਕੂਲਰ ਧਰਮ ਨੂੰ ਕਿਤੇ ਨੁਕਸਾਨ ਨਾ ਹੋਵੇ ਜਾਂ ਉਹਨਾਂ ਨੇ ਕਿਤੇ ਮਨ ਨੂੰ ਠੇਸ ਨਾ ਪਹੁੰਚੇ, ਉਹ ਧਰਮ ਨੂੰ ਭਰਮਾਉਣ ਵਾਸਤੇ ਮੈਨੂੰ ਲੱਗਦਾ, ਸ਼ਾਇਦ ਮੈਂ ਗਲਤ ਵੀ ਹੋਵਾਂ, ਤੇ ਜੋ ਮੈਨੂੰ ਲੱਗਦਾ ਉਹ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ
ਕਿਉਂਕਿ ਬੀਜੇਪੀ ਵੀ ਕਦੀ ਦੇਖਦੀ ਹੈ, ਬੀਜੇਪੀ ਹਮੇਸ਼ਾ ਮਿਨੋਰਟੀ ਦੇ ਖਿਲਾਫ ਭੁਗਤਦੀ ਰਹੀ ਹੈ ਤੇ ਕੇਜਰੀਵਾਲ ਵੀ ਹਮੇਸ਼ਾ ਮਿਨੋਰਟੀ ਦੇ ਖਿਲਾਫ ਹੀ ਭੁਗਤਿਆ, ਚਾਹੇ 370 ਦੇ ਹੱਕ 'ਚ ਬੀਜੇਪੀ ਨਾਲ ਖੜਨਾ ਹੋਵੇ। ਤੇ ਅੱਜ ਜੇ ਧਾਰਾ 370 ਟੁੱਟੀ ਹੈ, ਅੱਜ ਜੰਮੂ ਐਂਡ ਕਸ਼ਮੀਰ ਦੇ 2 ਪਾਰਟ ਹੋ ਗਏ। ਲੱਦਾਖ ਅਲੱਗ ਤੋਂ ਯੂਟੀ ਬਣਾ, ਜੰਮੂ ਕਸ਼ਮੀਰ ਅਲੱਗ ਤੋਂ ਯੂਟੀ ਬਣਾ ਦਿੱਤਾ ਗਿਆ। ਕੇਜਰੀਵਾਲ ਦਾ 100% ਹੱਕ ਉਸ ਮਿਨੋਰਟੀ ਸਟੇਟ ਨੂੰ ਤੋੜਨ ਤੇ ਉਸ ਮਿਨੋਰਟੀ ਸਟੇਟ ਨੂੰ ਪੂਰਨ ਰਾਜ ਦੀ ਬਜਾਏ ਇੱਕ ਯੂਟੀ ਡਿਕਲੇਅਰ ਕਰਨ 'ਚ ਹੱਥ ਜਿਹੜਾ ਮੋਦੀ ਨਾਲ ਮੋਢਾ ਜੋੜ ਕੇ ਚੱਲਣ ਦਾ ਸੀਗਾ, ਉਹ ਭੂਮਿਕਾ ਕੇਜਰੀਵਾਲ ਨੇ ਨਿਭਾਈ ਹੈ। ਤੁਸੀਂ ਇੱਕ ਚਿੱਠੀ ਦੇਖੀ ਹੈ ਸਟੈਂਡਰਡ ਰਿਵਿਊ ਕਮੇਟੀ, ਜਿੱਥੇ 14 ਸਾਲ ਤੋਂ ਉੱਪਰ ਜਿਹੜੇ ਕੈਦੀਆਂ ਦੀ ਸਜ਼ਾ ਹੋ ਜਾਂਦੀ ਹੈ, ਉਸ ਤੋਂ ਬਾਅਦ ਇੱਕ ਰਿਵਿਊ ਕਮੇਟੀ ਹੈ। ਰਿਵਿਊ ਕਮੇਟੀ ਵਿੱਚ ਮਾਮਲਾ ਜਾਂਦਾ, ਜਿਸ ਵਿੱਚ 7 ਮੈਂਬਰਾਂ ਦੀ ਕਮੇਟੀ ਅੱਗੇ ਬਣਦੀ ਹੈ। ਦਿੱਲੀ ਵਿੱਚ ਵੀ ਉਹ ਮੈਂਬਰਾਂ ਦੀ ਕਮੇਟੀ ਬਣੀ ਹੈ, ਜਿਸ ਵਿੱਚ 5 ਆਮ ਆਦਮੀ ਪਾਰਟੀ ਦੇ ਮੈਂਬਰ ਨੇ। ਤਾਂ ਉਹਨਾਂ ਨੇ ਕਦੀ ਵੀ ਪਿਛਲੇ 7 ਸਾਲ ਦੀ ਗੱਲ ਕਰ ਲਈਏ ਕਿ ਸੋਚਿਆ ਕਿ ਕੇਜਰੀਵਾਲ ਨੇ ਕਦੇ ਟੇਬਲ ਤੇ ਬੈਠ ਕੇ ਗੱਲ ਕੀਤੀ ਰਿਵਿਊ ਕਮੇਟੀ ਦੇ ਨਾਲ ਕਿ ਭੁੱਲਰ ਦੀ ਜਾਂ ਬਾਕੀ ਹੋਰ ਵੀ ਜਿਹੜੇ ਅੰਦਰ ਬੰਦ ਨੇ ਕੈਦੀ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਕਿਉਂਕਿ ਭੁੱਲਰ ਦੇ ਨਾਲ ਨਾਲ ਹੋਰ ਵੀ ਬੜੇ ਇਹੋ ਜਿਹੇ ਨੌਜਵਾਨ ਬਜ਼ੁਰਗ ਹੋਣਗੇ ਜਿਨ੍ਹਾਂ ਦੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਫਿਰ ਉਹਨਾਂ ਨੂੰ ਛੱਡਣ ਉੱਪਰ ਕੀ ਕਦੀ ਚਰਚਾ ਹੋਈ ਹੈ? ਸਭ ਤੋਂ ਅਹਿਮ ਸਵਾਲ ਹੈ। ਕੇਜਰੀਵਾਲ ਨੇ ਕਿਹਾ ਸੀ ਵੀ 7 ਮੈਂਬਰ ਕਮੇਟੀ ਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ, ਪਰ 5 ਆਮ ਆਦਮੀ ਪਾਰਟੀ ਦੇ ਮੈਂਬਰ ਜਿਹੜੇ ਨੇ ਉਹ ਇਸ ਕਮੇਟੀ ਵਿੱਚ ਨੇ। ਜੇ ਚਿੱਠੀ ਦੀ ਆਪਾਂ ਗੱਲ ਕਰੀਏ ਕਿ ਹੁਣ ਭੁੱਲਰ ਦੀ ਰਿਹਾਈ ਹੋਏਗੀ ਕਿ ਨਹੀਂ ਹੋਏਗੀ, ਇਹ ਕੇਜਰੀਵਾਲ ਕੋਲ ਸਵਾਲ ਬਾਰ-ਬਾਰ ਪੁੱਛਿਆ ਜਾ ਰਿਹਾ ਸੀ।